ਸਾਰੇ ਹੀ ਮੁਲਾਜ਼ਮ ਅਤੇ ਪੈਨਸ਼ਨ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਲਵਾ ਐਜੂਕੇਸ਼ਨ ਪੁਆਇੰਟ ਪੰਜਾਬ 'ਤੇ। ਅੱਜ ਦੀ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਆ ਗਏ ਹਾਂ ਜੋ ਕਿ ਕੱਚੇ ਮੁਲਾਜ਼ਮਾਂ ਦੇ ਸੰਬੰਧਿਤ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਰਕਾਰ ਵੱਲੋਂ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਸ ਨੋਟਿਸ ਦੇ ਸੰਬੰਧੀ ਆਪ ਜੀ ਨੂੰ ਸਾਰੀ ਅਪਡੇਟ ਦਿੱਤੀ ਜਾਏਗੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੀ ਪ੍ਰੋਸੈਸ ਰਹਿਣ ਵਾਲਾ ਹੈ ਅਤੇ ਪੱਕੇ ਕਰਨ ਲਈ ਕੀ ਸ਼ਰਤਾਂ ਰੱਖੀਆਂ ਗਈਆਂ ਹਨ, ਉਹਨਾਂ ਨੂੰ ਕਿਹੜਾ ਪੇ ਸਕੇਲ ਮਿਲਣ ਵਾਲਾ ਹੈ ਔਰ ਕਿੰਨੀ ਤਨਖਾਹ ਮਿਲਣ ਵਾਲੀ ਹੈ। ਸੋ ਉਹਨਾਂ ਦੀ ਪੋਸਟ ਸਥਾਈ ਹੈ ਜਾਂ ਅਸਥਾਈ ਰੱਖੀ ਗਈ ਹੈ ਇਸ ਨੋਟਿਸ ਦੇ ਅਕੋਰਡਿੰਗ। ਸੋ ਆਪ ਨੂੰ ਇਸ ਸੰਬੰਧੀ ਸਾਰੀ ਅਪਡੇਟ ਦਿੱਤੀ ਜਾਏਗੀ। ਜੋ ਵੀ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸ਼ਰਤਾਂ ਰੱਖੀਆਂ ਗਈਆਂ ਹਨ, ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ, ਉਸ ਸੰਬੰਧੀ ਆਪ ਸਭ ਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ। ਸੋ ਵੀਡੀਓ ਨੂੰ ਐਂਡ ਤੱਕ ਦੇਖਣਾ, ਸਕਿਪ ਨਾ ਕਰਨਾ। ਸੋ ਜਿਸ ਵੀ ਸਾਥੀ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਹਰ ਲੇਟੈਸਟ ਅਪਡੇਟ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀ ਰਹੇ। ਸੋ ਸਾਰੇ ਸਾਥੀਆਂ ਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ। ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਕੱਚੇ ਮੁਲਾਜ਼ਮਾਂ ਦੀ ਬਹੁਤ ਲੰਮੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਹੈ ਕਿ ਉਹਨਾਂ ਦੀ ਪੋਸਟ ਨੂੰ ਰੈਗੂਲਰ ਕੀਤਾ ਜਾਏ ਅਤੇ ਉਹ ਜਿਸ ਵੀ ਪੋਸਟ 'ਤੇ ਕੰਮ ਕਰ ਰਹੇ ਹਨ ਉਸ ਪੋਸਟ ਦੀ ਜੋ ਰੈਗੂਲਰ ਪੇ ਹੈ, ਪੂਰੀ ਪੇ ਹੈ, ਸਾਰੇ ਪੱਤੇ ਮਿਲਾ ਕੇ ਜਿੰਨੀ ਵੀ ਪੇ ਬਣਦੀ ਹੈ ਉਹਨਾਂ ਨੂੰ ਰੈਗੂਲਰ ਕਰਕੇ ਉਸ ਪੋਸਟ 'ਤੇ ਪੱਕਾ ਕਰਕੇ ਪੂਰੀ ਤਨਖਾਹ ਅਤੇ ਸਾਰੇ ਹੀ ਭੱਤੇ ਦਿੱਤੇ ਜਾਣ। ਸੋ ਸਰਕਾਰ ਨੇ ਮੁਲਾਜ਼ਮਾਂ ਦੀ ਇਸ ਬਹੁਤ ਵੱਡੀ ਮੰਗ 'ਤੇ ਆਖਰੀ ਮੋਹਰ ਲਾ ਦਿੱਤੀ ਹੈ ਔਰ ਇਹ ਫੈਸਲਾ ਲਿਆ ਹੈ ਕਿ ਇਹਨਾਂ ਮੁਲਾਜ਼ਮਾਂ ਨੂੰ ਉਹਨਾਂ ਦੀ ਪੋਸਟ 'ਤੇ ਹੀ ਕੁਝ ਸ਼ਰਤਾਂ ਦੇ ਅਧੀਨ ਪੱਕਾ ਕੀਤਾ ਜਾਏਗਾ ਅਤੇ ਉਹਨਾਂ ਨੂੰ ਕਿਹੜਾ ਪੇ ਸਕੇਲ ਦਿੱਤਾ ਜਾਏਗਾ ਔਰ ਕਿੰਨੀ ਤਨਖਾਹ ਮਿਲੇਗੀ, ਸਭ ਭੱਤੇ ਮਿਲਾ ਕੇ। ਸੋ ਸਰਕਾਰ ਵੱਲੋਂ ਇਸ ਸੰਬੰਧੀ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸੋ ਇਸ ਵੀਡੀਓ ਵਿੱਚ ਆਪ ਸਭ ਨੂੰ ਉਸ ਨੋਟਿਸ ਸੰਬੰਧੀ ਸਾਰਾ ਜਾਣੂ ਕਰਵਾਇਆ ਜਾਏਗਾ। 8736 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੀ ਰਹਿਣ ਵਾਲਾ ਹੈ ਅਗਲਾ ਪ੍ਰੋਸੈਸ, ਪੇ ਸਕੇਲ ਕਿੰਨੀ ਤਨਖਾਹ ਮਿਲਣ ਵਾਲੀ ਹੈ, CSR ਅਤੇ ਪੱਕਾ ਕਰਨ ਲਈ ਕੀ ਸ਼ਰਤਾਂ ਰੱਖੀਆਂ ਗਈਆਂ ਹਨ। ਸੋ ਇਸ ਵੀਡੀਓ ਵਿੱਚ ਇਹ ਸਭ ਜਾਣਕਾਰੀ ਆਪ ਸਭ ਨੂੰ ਦਿੱਤੀ ਜਾਏਗੀ। ਸੋ ਕਰਦੇ ਹਾਂ ਵੀਡੀਓ ਸਟਾਰਟ। ਹਾਂਜੀ, ਇਹ ਹੈ ਜੋ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੁਝ ਸ਼ਰਤਾਂ ਅਤੇ ਉਹਨਾਂ ਦੀ ਤਨਖਾਹ ਸੰਬੰਧੀ ਜੋ ਵੀ ਇਸ ਪੱਤਰ ਵਿੱਚ ਦਰਸਾਇਆ ਗਿਆ ਹੈ ਉਸ ਬਾਰੇ ਆਪ ਸਭ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਸੋ ਆਓ ਵੇਖਦੇ ਹਾਂ ਕੀ ਹਨ ਇਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਕੁਝ ਸ਼ਰਤਾਂ। ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਇਸ ਨੀਤੀ ਦੇ ਅਨੁਸਾਰ ਅਰਜ਼ੀ ਦੇਣ ਤੇ ਇਸ ਨੀਤੀ ਅਧੀਨ ਬਣਾਏ ਗਏ ਵਿਸ਼ੇਸ਼ ਕਾਡਰ ਵਿੱਚ ਨਿਯੁਕਤੀ ਲਈ ਵਿਚਾਰਿਆ ਜਾਵੇਗਾ। ਅਰਥਾਤ ਬਿਨੇਕਾਰਾਂ ਨੂੰ ਐਡਹਾਕ ਠੇਕੇ 'ਤੇ ਰੋਜ਼ਾਨਾ ਕੰਮ ਕਰਨਾ ਚਾਹੀਦਾ ਹੈ। ਸੋ ਕਹਿਣ ਦਾ ਭਾਵ ਹੈ ਕਿ ਕੋਈ ਵੀ ਅਜਿਹਾ ਮੁਲਾਜ਼ਮ ਕੱਚਾ ਹੈ, ਠੇਕੇ 'ਤੇ ਕੰਮ ਕਰ ਰਿਹਾ ਹੈ, ਆਊਟਸੋਰਸ ਹੈ, ਉਸ ਨੂੰ ਰੈਗੂਲਰ ਆਪਣੀ ਪੋਸਟ 'ਤੇ ਬਣੇ ਹੋਣਾ ਚਾਹੀਦਾ ਹੈ। ਮੌਜੂਦਾ ਨੀਤੀ ਦੇ ਜਾਰੀ ਹੋਣ ਤੱਕ ਘੱਟੋ ਘੱਟ 10 ਸਾਲਾਂ ਦੀ ਨਿਯੰਤਰਣ ਮਿਆਦ ਲਈ ਮਜ਼ਦੂਰੀ ਕੰਮ ਦਾ ਚਾਰਜ ਜਾਂ ਅਸਥਾਈ ਆਧਾਰ। ਸੋ ਭਾਵ ਕਹਿਣ ਦਾ ਮਤਲਬ ਹੈ ਕਿ ਜਿੰਨਾ ਟਾਈਮ ਵੀ ਉਹਨਾਂ ਨੂੰ ਹੋ ਗਿਆ ਆਪਣੀ ਪੋਸਟ 'ਤੇ ਕੰਮ ਕਰਦੇ ਨੂੰ, ਅਗਰ 10 ਸਾਲ ਤੋਂ ਉੱਪਰ ਹੋ ਗਏ ਹਨ ਤਾਂ ਠੀਕ ਹੈ, ਅਗਰ 10 ਸਾਲ ਤੋਂ ਘੱਟ ਹਨ ਤਾਂ ਉਹਨਾਂ ਨੂੰ ਇਸ ਨੀਤੀ ਅਨੁਸਾਰ ਨਹੀਂ ਵਿਚਾਰਿਆ ਜਾਏਗਾ। ਸੋ ਉਹਨਾਂ ਨੂੰ ਪੱਕੇ ਕਰਨ ਲਈ 10 ਸਾਲਾ ਜੋ ਕੰਡੀਸ਼ਨ ਹੈ ਉਹ ਪੂਰੀ ਕਰਨੀ ਜ਼ਰੂਰੀ ਹੈ ਅਤੇ ਉਹ 10 ਸਾਲ ਕੰਮ ਨਿਯੰਤਰਣ ਕਰਦੇ ਰਹਿਣਾ ਚਾਹੀਦਾ, ਨਾ ਕਿ ਉਸ ਵਿੱਚੋਂ ਛੱਡ ਕੇ ਫਿਰ ਦੁਬਾਰਾ ਲੱਗ ਜਾਣ 'ਤੇ। ਬਿਨੇਕਾਰ ਕੋਲ ਵਿਸ਼ੇਸ਼ ਕਾਡਰ ਵਿੱਚ ਪਲੇਸਮੈਂਟ ਦੇ ਸਮੇਂ ਸੰਬੰਧਿਤ ਸੇਵਾ ਨਿਯਮਾਂ ਜੇਕਰ ਕੋਈ ਹੋਵੇ ਦੇ ਰੂਪ ਵਿੱਚ ਪੋਸਟ ਲੋੜੀਂਦੀਆਂ ਯੋਗਤਾਵਾਂ ਅਤੇ ਅਨੁਭਵ ਹੋਣਾ ਚਾਹੀਦਾ ਹੈ। ਭਾਵ ਕਿ ਜਿਸ ਵੀ ਪੋਸਟ 'ਤੇ ਉਹ ਕੰਮ ਕਰ ਰਿਹਾ ਹੈ ਤਾਂ ਉਸ ਪੋਸਟ ਦੇ ਸੰਬੰਧਿਤ ਉਸ ਅਧਿਕਾਰੀ, ਉਸ ਮੁਲਾਜ਼ਮ ਕੋਲ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਣਾ ਚਾਹੀਦਾ ਹੈ। ਭਾਵ ਕਿ ਜਿੱਦਾਂ ਕਿ ਮੰਨ ਲਓ ETT ਦੀ ਪੋਸਟ 'ਤੇ ਕੋਈ ਆਊਟਸੋਰਸ ਕੰਮ ਕਰ ਰਿਹਾ ਹੈ ਤਾਂ ਉਸ ਕੋਲ ETT ਹੋਣੀ ਚਾਹੀਦੀ ਹੈ ਅਤੇ ਉਸ ਦਾ ਜੋ PS ਟੈਟ 1 ਹੈ ਉਹ ਕੁਆਲੀਫਾਈ ਹੋਣਾ ਚਾਹੀਦਾ ਹੈ। 10 ਸਾਲ ਦੀ ਸੇਵਾ ਦੌਰਾਨ ਵਿਭਾਗ ਜਾਂ ਮਾਲਕ ਦੇ ਮੁਲਾਂਕਣ ਦੇ ਅਨੁਸਾਰ ਬਿਨੇਕਾਰ ਦਾ ਕੰਮ ਅਤੇ ਆਚਰਣ ਤਸੱਲੀ ਬਖਸ਼ ਰਿਹਾ ਹੋਣਾ ਚਾਹੀਦਾ ਹੈ। ਸੋ ਇਸ ਕਾਲਮ ਵਿੱਚ ਉਹਨਾਂ ਦੇ 10 ਸਾਲ ਦੇ ਸੰਬੰਧੀ ਕੰਮ ਦਾ ਪੂਰਾ ਆਚਰਣ ਬਿਊਰਾ ਦਰਸਾਇਆ ਗਿਆ ਹੈ। 10 ਸਾਲਾਂ ਦੀ ਮਿਆਦ ਦੀ ਗਣਨਾ ਲਈ ਕਰਮਚਾਰੀ ਨੇ ਇਹਨਾਂ 10 ਸਾਲ ਕੈਲੰਡਰ ਵਿੱਚੋਂ ਹਰੇਕ ਵਿੱਚ ਘੱਟੋ ਘੱਟ 240 ਦਿਨਾਂ ਦੀ ਮਿਆਦ ਲਈ ਕੰਮ ਕੀਤਾ ਹੋਣਾ ਚਾਹੀਦਾ ਹੈ। ਭਾਵ ਕਿ 10 ਸਾਲਾਂ ਦੀ ਪਾਲਿਸੀ ਦੇ ਅਧੀਨ
ਕਰਮਚਾਰੀ ਵੱਲੋਂ ਹਰੇਕ ਸਾਲ ਜੋ ਵੀ ਵਰਕਿੰਗ ਡੇ ਹੈ ਉਸ ਵਿੱਚ ਘੱਟੋ ਘੱਟ 240 ਦਿਨ ਪੂਰੇ ਸਾਲ ਦੇ ਵਿੱਚ ਕੰਮ ਕੀਤਾ ਹੋਣਾ ਚਾਹੀਦਾ ਹੈ। ਸੋ ਇਹ 10 ਸਾਲਾਂ ਦੀ ਪਾਲਿਸੀ ਵਿੱਚੋਂ ਹਰੇਕ ਸਾਲ ਦੇ ਵਿੱਚ 240 ਦਿਨ ਕੰਮ ਕੀਤਾ ਹੋਣਾ ਜ਼ਰੂਰੀ ਹੈ। 10 ਸਾਲਾਂ ਦੀ ਮਿਆਦ ਦੀ ਗਣਨਾ ਕਰਦੇ ਸਮੇਂ ਨੋਟਲ ਬ੍ਰੇਕਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ, ਭਾਵ ਕਿ ਜੋ ਵੀ ਆਮ ਛੁੱਟੀਆਂ ਮਿਲਦੀਆਂ ਹਨ ਉਸ ਸੰਬੰਧੀ ਇਸ ਵਿੱਚ ਕੋਈ ਵੀ ਵਿਚਾਰ ਨਹੀਂ ਕੀਤਾ ਜਾਵੇਗਾ, ਜੋ ਕਿ ਮੁਲਾਜ਼ਮਾਂ ਦਾ ਅਧਿਕਾਰ ਹੈ। ਲਾਭਪਾਤਰੀ ਕਰਮਚਾਰੀਆਂ ਦੀ 58 ਦੀ ਉਮਰ ਤੱਕ ਇੱਕ ਵਿਸ਼ੇਸ਼ ਕਾਡਰ ਵਿੱਚ ਨਿਯੁਕਤੀ। ਸੋ ਆਓ ਵੇਖਦੇ ਹਾਂ ਇਸ ਵਿੱਚ ਕੀ ਦਰਸਾਇਆ ਗਿਆ ਹੈ। ਠੇਕਾ, ਐਡਹਾਕ, ਅਸਥਾਈ ਕਰਮਚਾਰੀਆਂ ਆਦਿ ਨੂੰ ਜਾਰੀ ਰੱਖਣ ਦੇ ਮਹੱਤਵ ਲਈ ਅਤੇ ਉਹਨਾਂ ਨੂੰ ਚੰਗੇ ਕੰਮ ਅਤੇ ਆਚਰਣ ਦੇ ਅਧੀਨ 55-88 ਭਾਵ ਕਿ 58 ਸਾਲ ਦੀ ਉਮਰ ਤੱਕ ਕਾਰਜਕਾਲ ਦੀ ਸੁਰੱਖਿਆ ਪ੍ਰਦਾਨ ਕਰਨ ਦੇ ਮੰਤਵ ਲਈ ਉਹਨਾਂ ਨੂੰ ਅਹੁਦੇ 'ਤੇ ਰੱਖਿਆ ਜਾਵੇਗਾ, ਭਾਵ ਕਿ 58 ਸਾਲ ਤੱਕ ਉਹਨਾਂ ਦੀ ਸੇਵਾ ਲਗਾਤਾਰ ਰੈਗੂਲਰ ਦੂਜੀ ਪੋਸਟ ਵਾਂਗ ਜਾਰੀ ਰਹੇਗੀ, ਜੋ ਕਿ ਇੱਕ ਕਾਡਰ ਪੋਸਟ ਨਹੀਂ ਹੋਵੇਗਾ। ਉਹਨਾਂ ਲਈ ਉਹਨਾਂ ਦੇ ਰੈਂਕ ਵਿੱਚ ਉਹਨਾਂ ਲਈ ਨਿੱਜੀ ਪੋਸਟਾਂ ਦਾ ਵਿਸ਼ੇਸ਼ ਕੇਡਰ ਬਣਾ ਕੇ ਇਹਨਾਂ ਅਸਾਮੀਆਂ 'ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੁਆਰਾ ਇਸ ਅਹੁਦੇ 'ਤੇ ਕੰਮ ਕੀਤਾ ਜਾਵੇਗਾ ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਜਦੋਂ ਉਹ 58 ਸਾਲ ਦੀ ਉਮਰ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਆਪ ਖਤਮ ਹੋ ਜਾਣਗੇ। ਇਸ ਦਾ ਜੋ ਮੇਨ ਪੁਆਇੰਟ ਇਹੀ ਹੈ ਕਿ ਜੋ ਕਿ ਇੱਕ ਕਾਡਰ ਪੋਸਟ ਨਹੀਂ ਹੋਵੇਗਾ, ਭਾਵ ਕਿ ਜੋ ਵੀ ਆਊਟਸੋਰਸ ਮੁਲਾਜ਼ਮ ਜੋ ਵੀ ਇਸ ਪੋਸਟ 'ਤੇ ਕੰਮ ਕਰ ਰਿਹਾ ਹੈ ਉਹ ਇੱਕ ਰੈਗੂਲਰ ਪੋਸਟ ਨਹੀਂ ਹੋਏਗੀ, ਭਾਵ ਕਿ ਉਹ ਇੱਕ ਸਥਾਈ ਪੋਸਟ ਨਹੀਂ ਹੋਵੇਗੀ। ਉਹ ਹੋਵੇਗੀ ਤਾਂ ਪੱਕੀ ਪੋਸਟ, ਪਰ ਉਸ ਜੋ ਮੁਲਾਜ਼ਮ ਕੰਮ ਕਰ ਰਿਹਾ ਸਿਰਫ ਉਸ ਲਈ ਹੀ ਉਹ ਪੱਕੀ ਪੋਸਟ ਹੋਵੇਗੀ। ਅਗਰ ਉਹ ਮੁਲਾਜ਼ਮ ਉਸ ਅਹੁਦੇ ਤੋਂ ਹਟਦਾ ਹੈ ਤਾਂ ਉਹ ਪੋਸਟ ਆਪਣੇ ਆਪ ਖਤਮ ਹੋ ਜਾਵੇਗੀ। ਸੋ ਇਸ ਪੋਸਟ ਨੂੰ ਅਲੱਗ ਤੌਰ 'ਤੇ ਵਿਚਾਰ ਕੀਤਾ ਗਿਆ ਹੈ, ਭਾਵ ਕਿ ਅਗਰ ਉਹ ਮੁਲਾਜ਼ਮ ਦੀ ਸੇਵਾ ਮੁਕਤ ਹੁੰਦਾ ਹੈ ਤਾਂ ਉਹ ਪੋਸਟ ਖਾਲੀ ਨਹੀਂ ਮੰਨੀ ਜਾਵੇਗੀ, ਉਹ ਪੋਸਟ ਆਪਣੇ ਆਪ ਮੁਲਾਜ਼ਮ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਖਤਮ ਹੋ ਜਾਵੇਗੀ, ਜੋ ਕਿ ਇੱਕ ਕਾਡਰ ਪੋਸਟ ਨਹੀਂ ਹੋਵੇਗੀ। ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹਨਾਂ ਕਰਮਚਾਰੀਆਂ ਨੂੰ ਕਾਨੂੰਨੀ ਸੇਵਾ ਨਿਯਮਾਂ ਤਹਿਤ ਸੇਵਾ ਵਿੱਚ ਮਨਜ਼ੂਰ ਅਸਾਮੀਆਂ ਦੇ ਰੈਗੂਲਰ ਕੇਡਰ ਵਿੱਚ ਨਹੀਂ ਰੱਖਿਆ ਜਾਵੇਗਾ ਅਤੇ ਵਿਸ਼ੇਸ਼ ਤੌਰ 'ਤੇ ਉਹਨਾਂ ਲਈ ਬਣਾਈਆਂ ਗਈਆਂ ਅਸਾਮੀਆਂ ਦਾ ਇੱਕ ਵਿਸ਼ੇਸ਼ ਕਾਡਰ ਬਣਾਇਆ ਜਾਵੇਗਾ, ਭਾਵ ਕਿ ਉਹਨਾਂ ਲਈ ਇੱਕ ਵਿਸ਼ੇਸ਼ ਕਾਡਰ ਬਣਾਇਆ ਗਿਆ ਹੈ। ਉਹਨਾਂ ਲਈ ਕੋਈ ਉਹ ਸੇਮ ਪਹਿਲਾਂ ਵਾਲਾ ਕਾਡਰ ਨਹੀਂ ਰੱਖਿਆ ਗਿਆ ਹੈ ਜੋ ਰੈਗੂਲਰ ਭਰਤੀਆਂ ਲਈ ਜੋ ਰੈਗੂਲਰ ਕਾਡਰ ਲਈ ਰੱਖਿਆ ਜਾਂਦਾ ਹੈ, ਉਹਨਾਂ ਲਈ ਇੱਕ ਵਿਸ਼ੇਸ਼ ਅਲੱਗ ਤੋਂ ਕਾਡਰ ਬਣਾਇਆ ਗਿਆ ਹੈ। ਪੋਸਟਾਂ ਦੀ ਰਚਨਾ। ਰਾਜ ਸਰਕਾਰ ਅਤੇ ਇਸ ਦੀਆਂ ਸੰਸਥਾਵਾਂ ਦੀ ਸੇਵਾ ਵਿੱਚ ਲੋੜੀਂਦੀ ਸ਼੍ਰੇਣੀਵਾਰ ਅਸਾਮੀਆਂ ਨੂੰ ਨਿਯਮਿਤ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਸੰਖਿਆ ਦੇ ਬਰਾਬਰ ਮੰਨਿਆ ਜਾਵੇਗਾ ਅਤੇ ਲੋੜੀਂਦੀਆਂ ਅਸਾਮੀਆਂ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਬਣਾਈਆਂ ਗਈਆਂ ਹਨ ਅਤੇ ਮਨਜ਼ੂਰ ਕੀਤੀਆਂ ਗਈਆਂ ਹਨ। ਸੋ ਇਹ ਅਸਾਮੀਆਂ ਜੋ ਕਿ ਇੱਕ ਅਲੱਗ ਕੇਡਰ ਕ੍ਰੀਏਟ ਕੀਤਾ ਗਿਆ ਹੈ, ਅਸਾਮੀਆਂ ਤੋਂ ਵੱਧ ਬਣਾਈਆਂ ਗਈਆਂ ਅਤੇ ਮਨਜ਼ੂਰ ਕੀਤੀਆਂ ਗਈਆਂ ਮੰਨੀਆਂ ਗਈਆਂ ਅਸਾਮੀਆਂ ਮੌਜੂਦਾ ਅਹੁਦੇਦਾਰਾਂ ਦੀਆਂ ਨਿੱਜੀ ਪੋਸਟਾਂ ਹੋਣਗੀਆਂ ਅਤੇ ਅਹੁਦੇ ਦੀ ਛੁੱਟੀ ਹੋਣ ਤੋਂ ਅਹੁਦੇਦਾਰ ਦੁਆਰਾ ਖਤਮ ਕਰ ਦਿੱਤੀਆਂ ਜਾਣਗੀਆਂ, ਭਾਵ ਕਿ ਜੇਕਰ ਕੋਈ ਅਹੁਦੇਦਾਰ ਆਪਣੀ ਸੇਵਾ ਮੁਕਤ ਹੁੰਦਾ ਹੈ ਤਾਂ ਉਹ ਪੋਸਟ ਆਪਣੇ ਆਪ ਖਤਮ ਹੋ ਜਾਵੇਗੀ, ਉਹ ਉਹਨਾਂ ਦੀ ਇੱਕ ਨਿੱਜੀ ਪੋਸਟ ਹੋਵੇਗੀ। ਹਾਲਾਂਕਿ ਉਹਨਾਂ ਨੂੰ ਪੇ ਸਕੇਲ ਔਰ ਭੱਤੇ ਤਾਂ ਸਾਰੇ ਦੂਸਰੇ ਕਾਡਰ ਵਾਂਗ ਸੇਮ ਹੀ ਮਿਲਣਗੇ, ਪਰ ਇਹ ਪੋਸਟ ਉਹਨਾਂ ਦੀ ਇੱਕ ਨਿੱਜੀ ਪੋਸਟ ਹੋਵੇਗੀ। ਸੇਵਾ ਮੁਕਤ ਹੋਣ ਤੋਂ ਬਾਅਦ ਇਹ ਪੋਸਟ ਖਾਲੀ ਨਹੀਂ ਮੰਨੀ ਜਾਵੇਗੀ, ਉਹਨਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਹੀ ਅਹੁਦੇਦਾਰ ਦੁਆਰਾ ਖਤਮ ਕਰ ਦਿੱਤੀਆਂ ਜਾਣਗੀਆਂ ਪੋਸਟਾਂ। ਲਾਭਪਾਤਰੀ ਕਰਮਚਾਰੀਆਂ ਦੀਆਂ ਸੇਵਾ ਸ਼ਰਤਾਂ। ਲਾਭਪਾਤਰੀ ਕਰਮਚਾਰੀ ਜਿਨ੍ਹਾਂ ਨੂੰ ਵਿਸ਼ੇਸ਼ ਕੇਡਰ ਦੀਆਂ ਅਸਾਮੀਆਂ 'ਤੇ ਰੱਖਿਆ ਜਾ ਰਿਹਾ ਹੈ ਅਤੇ 58 ਸਾਲ ਦੀ ਉਮਰ ਤੱਕ ਸੇਵਾ ਵਿੱਚ ਜਾਰੀ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਹੇਠ ਲਿਖੀਆਂ ਸੇਵਾ ਸ਼ਰਤਾਂ ਦੇ ਅਧੀਨ ਹੋਣਗੇ। ਸੇਵਾ ਨਿਯਮਾਂ ਅਧੀਨ ਅਸਾਮੀਆਂ ਦੇ ਨਿਯਮਿਤ ਕੇਡਰ ਦਾ ਹਿੱਸਾ ਨਹੀਂ ਬਣਨਗੇ, ਉਹਨਾਂ ਨੂੰ ਵਿਸ਼ੇਸ਼ ਕੇਡਰ ਦੀਆਂ ਅਸਾਮੀਆਂ ਬਣਾਈਆਂ ਗਈਆਂ ਅਸਾਮੀਆਂ ਦੇ ਵਿਰੁੱਧ ਹੀ ਰੱਖਿਆ ਜਾਵੇਗਾ, ਉਹਨਾਂ ਨੂੰ ਨਵੇਂ ਨਿਯੁਕਤ ਕੀਤੇ ਗਏ ਵਜੋਂ ਮੰਨਿਆ ਜਾਵੇਗਾ। ਵਿਸ਼ੇਸ਼ ਕਾਡਰ ਵਿੱਚ ਪਲੇਸਮੈਂਟ ਦੇ ਉਹਨਾਂ ਦੇ ਆਦੇਸ਼ ਦੇ ਪਾਸ ਹੋਣ ਦੀ ਮਿਤੀ ਤੋਂ। ਸੋ ਇਸ ਵਿੱਚ ਹੀ ਦਰਸਾਇਆ ਗਿਆ ਕਿ ਉਹਨਾਂ ਲਈ ਕੋਈ ਨਵਾਂ ਕੇਡਰ ਮਤਲਬ ਬਣਾਇਆ ਗਿਆ ਜੋ ਪਹਿਲਾਂ ਨਿਯਮਿਤ ਕੇਡਰ ਹੈ ਉਹਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ। ਇਸ ਪਾਲਿਸੀ ਦੇ ਅਧੀਨ ਆਪਣੀ ਪਲੇਸਮੈਂਟ ਦੇ ਆਮ ਜਾਂ ਵਿਸ਼ੇਸ਼ ਆਦੇਸ਼ ਪਾਸ ਕਰਨ ਦੀ ਮਿਤੀ ਤੋਂ ਪਹਿਲਾਂ ਕਿਸੇ ਹੋਰ ਪੂਰਵ ਅਨੁਮਾਨੀ ਮਿਤੀ ਤੋਂ ਉਸ ਦੀ ਜੁਆਇਨਿੰਗ ਦੀ ਸ਼ੁਰੂਆਤੀ ਮਿਤੀ ਤੋਂ ਸੀਨੀਅਰਤਾ, ਅਨੁਭਵ ਆਦਿ ਵਰਗੇ ਹੋਰ ਲਾਭਾਂ ਦੇ ਹੱਕਦਾਰ ਨਹੀਂ ਹੋਣਗੇ। ਮਤਲਬ ਉਹਨਾਂ ਦੀ ਸੇਵਾ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੈ, ਭਾਵ ਕਿ ਉਸ ਵਿੱਚ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਬ੍ਰੇਕ ਹੈ ਤਾਂ ਉਹ ਵਿਚਾਰੀ ਨਹੀਂ ਜਾਵੇਗੀ।
ਉਹਨਾਂ ਨਿਯਮਾਂ ਵਿੱਚ ਪ੍ਰਦਾਨ ਕੀਤੇ ਗਏ ਮਾਮਲਿਆਂ ਦੇ ਸਬੰਧ ਵਿੱਚ ਆਪਣੇ ਆਚਰਣ ਨੂੰ ਨਿਯਮਿਤ ਕਰਨ ਲਈ ਸਰਕਾਰੀ ਕਰਮਚਾਰੀ ਆਚਾਰ ਨਿਯਮ 1966 ਦੀਆਂ ਸਖਤੀਆਂ ਦੇ ਅਧੀਨ ਕੀਤਾ ਜਾਵੇਗਾ। ਸੋ ਉਹਨਾਂ 'ਤੇ 1966 ਦੀਆਂ ਸਖਤੀਆਂ ਜੋ ਲਾਗੂ ਹੋਣਗੀਆਂ, ਉਹਨਾਂ ਨੂੰ ਉਹਨਾਂ ਦੇ ਕੰਮ ਅਤੇ ਆਚਰਣ ਸੰਤੋਖਜਨਕ ਰਹਿਣ ਦੇ ਅਧੀਨ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਹਨਾਂ ਦੇ ਵਿਰੁੱਧ ਗਲਤ ਵਿਹਾਰ ਜਾਂ ਕਮਿਸ਼ਨ ਦੀ ਰਕਮ ਦੀ ਕਿਸੇ ਵੀ ਸ਼ਿਕਾਇਤ ਦੇ ਮਾਮਲੇ ਵਿੱਚ ਉਹਨਾਂ ਨਾਲ ਪੰਜਾਬ ਸਿਵਲ ਸੇਵਾਵਾਂ ਸਜ਼ਾ ਅਤੇ ਅਪੀਲ ਨਿਯਮ 1970 ਦੇ ਅਧੀਨ ਨਜਿੱਠਿਆ ਜਾਵੇਗਾ, ਜੋ ਕਿ ਸਿਰਫ ਪ੍ਰਕਿਰਿਆ ਦੇ ਉਦੇਸ਼ਾਂ ਲਈ ਲਾਗੂ ਹੋਵੇਗਾ। ਸੋ ਬਾਕੀ ਉਹਨਾਂ ਲਈ ਜੋ ਵੀ CSR ਸਰਵਿਸ ਰੂਲ ਹਨ ਉਹ ਸਾਰੇ ਹੀ ਉਹਨਾਂ 'ਤੇ ਲਾਗੂ ਕੀਤੇ ਜਾਣਗੇ। ਉਹਨਾਂ ਨੂੰ ਤਨਖਾਹ ਅਤੇ ਭੱਤੇ ਦਿੱਤੇ ਜਾਣਗੇ, ਜਿਵੇਂ ਕਿ ਵਿੱਤ ਵਿਭਾਗ ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ। ਇਸ ਵਿੱਚ ਤਨਖਾਹ ਦੀ ਗੱਲ ਇਹੀ ਕੀਤੀ ਗਈ ਹੈ ਕਿ ਅਗਰ ਉਹ ਜਿਸ ਪੋਸਟ 'ਤੇ ਕੰਮ ਕਰ ਰਹੇ ਹਨ ਤਾਂ ਉਸ ਪੋਸਟ 'ਤੇ ਬਾਕੀ ਕੇਡਰ ਵਾਂਗ ਉਹਨਾਂ ਨੂੰ ਸੇਮ ਹੀ ਤਨਖਾਹ ਦਿੱਤੀ ਜਾਵੇਗੀ ਅਤੇ ਸੇਮ ਹੀ ਭੱਤੇ ਕੀਤੇ ਜਾਣਗੇ। ਪਰ ਇਹ ਪੋਸਟ ਉਹਨਾਂ ਦੀ ਸਥਾਈ ਪੋਸਟ ਨਹੀਂ ਹੋਵੇਗੀ। ਉਹਨਾਂ ਦੇ ਸੇਵਾ ਮੁਕਤ ਹੋਣ ਨਾਲ ਉਹਨਾਂ ਦੇ ਹਟਣ ਨਾਲ ਇਹ ਪੋਸਟ ਖਤਮ ਕਰ ਦਿੱਤੀ ਜਾਵੇਗੀ। ਇਹ ਸਿਰਫ ਉਨੀ ਟਾਈਮ ਤੱਕ ਹੀ ਪੱਕੀ ਰਹੇਗੀ ਜਿੰਨੀ ਟਾਈਮ ਤੱਕ ਉਹ ਕੱਚਾ ਮੁਲਾਜ਼ਮ ਅਹੁਦੇਦਾਰ ਉੱਥੇ ਕੰਮ ਕਰ ਰਿਹਾ ਹੈ। ਹੁਣ ਤੱਕ ਅਗਲੀ ਉੱਚ ਪੋਸਟ 'ਤੇ ਪਲੇਸਮੈਂਟ ਅਤੇ ਹੋਰ ਪਹਿਲੂਆਂ ਜਿਨ੍ਹਾਂ ਨੂੰ ਮੌਜੂਦਾ ਨੀਤੀ ਵਿੱਚ ਨਹੀਂ ਛੂਹਿਆ ਗਿਆ ਹੈ ਉਹਨਾਂ ਨੂੰ ਬਾਅਦ ਵਿੱਚ ਉਚਿਤ ਸੋਧਾਂ ਜਾਂ ਹਦਾਇਤਾਂ ਜਾਰੀ ਕਰਕੇ ਸਪਸ਼ਟ ਕੀਤਾ ਜਾਵੇਗਾ। ਸੋ ਇਸ ਵਿੱਚ ਸੋਧਾਂ ਦੀ ਜੋ ਇੱਕ ਪੂਰਨ ਤੌਰ 'ਤੇ ਗੱਲ ਰੱਖੀ ਗਈ ਹੈ, ਕਿਹਾ ਗਿਆ ਹੈ ਕਿ ਅਗਰ ਸਮੇਂ ਦੇ ਅਨੁਸਾਰ ਕੋਈ ਵੀ ਇਸ ਵਿੱਚ ਸੋਧ ਕਰਨੀ ਜ਼ਰੂਰੀ ਲੱਗਦੀ ਹੈ ਤਾਂ ਉਹ ਸਮੇਂ ਦੇ ਹਿਸਾਬ ਨਾਲ ਜ਼ਰੂਰ ਕਰੀ ਜਾਏਗੀ। ਸੋ ਇਹ ਸੀਗੀ ਜੋ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਇੱਕ ਸ਼ਰਤਾਂ ਜੋ ਡਿਪਾਰਟਮੈਂਟ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਉਹਨਾਂ ਦੇ ਸੇਵਾ ਜੋ ਕਿ 10 ਸਾਲ ਲਗਾਤਾਰ ਚੱਲਦੀ ਹੋਣੀ ਚਾਹੀਦੀ ਹੈ। ਉਸ ਵਿੱਚ ਕਿਸੇ ਵੀ ਪ੍ਰਕਾਰ ਦੀ ਬ੍ਰੇਕ ਨਹੀਂ ਹੋਣੀ ਚਾਹੀਦੀ। ਅਗਰ ਉਸ ਵਿੱਚ ਬ੍ਰੇਕ ਹੈ ਤਾਂ ਬ੍ਰੇਕ ਤੋਂ ਬਾਅਦ ਦੁਬਾਰਾ ਤੋਂ ਜੋ ਸੇਵਾ ਸ਼ੁਰੂ ਕੀਤੀ ਗਈ ਹੈ ਉਸ ਤੋਂ ਹੀ ਉਹਨਾਂ ਨੂੰ ਮੰਨਿਆ ਜਾਵੇਗਾ, ਭਾਵ ਕਿ ਪਹਿਲਾਂ ਵਾਲੀ ਨਹੀਂ ਮੰਨਿਆ ਜਾਵੇਗਾ। ਅਤੇ ਉਹਨਾਂ ਦੀ ਇਹ ਪੋਸਟ ਜੋ ਇੱਕ ਵਿਸ਼ੇਸ਼ ਤੌਰ 'ਤੇ ਕਾਡਰ ਜੋ ਤਿਆਰ ਕੀਤਾ ਗਿਆ ਉਸ ਵਿੱਚ ਹੋਵੇਗੀ। ਜੋ ਪਹਿਲਾਂ ਵਾਂਗ ਕਾਡਰ ਚੱਲ ਰਹੇ ਹਨ ਉਹਨਾਂ ਦੇ ਅਧੀਨ ਇਹ ਪੋਸਟ ਨਹੀਂ ਹੋਵੇਗੀ ਅਤੇ ਉਹਨਾਂ ਦੀ ਤਨਖਾਹ ਜੋ ਕਾਡਰ ਸੇਮ ਪਹਿਲਾਂ ਵਾਂਗ ਤਨਖਾਹ ਲੈ ਰਿਹਾ ਹੈ ਜਿਸ ਵੀ ਪੋਸਟ 'ਤੇ ਉਹ ਕੰਮ ਕਰ ਰਹੇ ਹਨ ਤਾਂ ਤਨਖਾਹ ਵੀ ਉਹਨਾਂ ਨੂੰ ਉਸ ਪੋਸਟ ਦੇ ਅਧੀਨ ਪੂਰੀ ਮਿਲੇਗੀ ਅਤੇ ਭੱਤੇ ਵੀ ਉਹਨਾਂ ਨੂੰ ਪੂਰੇ ਹੀ ਦਿੱਤੇ ਜਾਣਗੇ। ਸੋ ਇਹ ਸੀਗੀ ਜੋ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਜੋ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਜੋ ਵੀ ਇਹ ਸ਼ਰਤਾਂ ਮੁਲਾਜ਼ਮ ਪੂਰੀਆਂ ਕਰਦਾ ਉਹ ਆਪਣੀ ਪੋਸਟ 'ਤੇ ਰੈਗੂਲਰ ਹੋ ਜਾਏਗਾ ਅਤੇ ਉਸ ਨੂੰ ਪੂਰੇ ਤਨਖਾਹ ਭੱਤੇ ਮਿਲਣਯੋਗ ਹੋਣਗੇ। ਸੋ ਜਿਸ ਵੀ ਸਾਥੀ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜ਼ਰੂਰ ਸਬਸਕ੍ਰਾਈਬ ਕਰਨਾ, ਤਾਂ ਜੋ ਆਉਣ ਵਾਲੀ ਹਰ ਲੇਟੈਸਟ ਅਪਡੇਟ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀ ਰਹੇ। ਸੋ ਅੱਗੇ ਵੇਖਦੇ ਹਾਂ ਕਿ ਜੋ ਫੋਰਮ ਹੈ ਉਹ ਕਿੱਦਾਂ ਫਿਲ ਕਰਨਾ ਹੈ, ਉਸ ਵਿੱਚ ਕੀ ਕੁਛ ਮੰਗਿਆ ਗਿਆ ਹੈ। ਹਾਂਜੀ, ਇਹ ਉਹ ਐਪਲੀਕੇਸ਼ਨ ਫੋਰਮ ਹੈ ਜਿਸ ਵਿੱਚ ਮੁਲਾਜ਼ਮ ਨੇ ਕੈਂਡੀਡੇਟਸ ਨੇ ਆਪਣੀ ਪੂਰੀ ਡਿਟੇਲ ਜੋ ਕਿ A ਕਾਲਮ 'ਤੇ ਪਰਸਨਲ ਡਿਟੇਲ ਮੰਗੀ ਗਈ ਹੈ, ਜਿਸ ਵਿੱਚ ਨੇਮ ਆਫ ਐਪਲੀਕੈਂਟ ਹੈ, ਡੇਟ ਆਫ ਬਰਥ ਹੈ, ਰੈਜ਼ੀਡੈਂਟ ਹੈ, ਪਰਮਾਨੈਂਟ ਜਾਂ ਕੋਰਸਪੋਂਡੈਂਸ ਹੈ, ਨੇਮ ਆਫ ਡਿਪਾਰਟਮੈਂਟ ਜਿਸ ਵੀ ਡਿਪਾਰਟਮੈਂਟ ਵਿੱਚ ਉਹ ਕੰਮ ਕਰ ਰਿਹਾ, IHRM ਕੋਡ ਜੋ ਸਾਰਿਆਂ ਹੀ ਮੁਲਾਜ਼ਮਾਂ ਨੂੰ ਮਿਲਿਆ ਹੋਇਆ ਉਹ ਇਸ ਵਿੱਚ ਫਿਲ ਕਰਨਾ ਹੈ। ਐਜੂਕੇਸ਼ਨ ਕੁਆਲੀਫਿਕੇਸ਼ਨ ਔਨ ਦਾ ਡੇਟ ਆਫ ਇਨੀਸ਼ੀਅਲ ਇੰਗੇਜਮੈਂਟ, ਮਤਲਬ ਕਿ ਜਿਸ ਵੀ ਡੇਟ ਤੋਂ ਤੁਸੀਂ ਜੁਆਇਨ ਕੀਤਾ ਉਸ ਸਮੇਂ ਤੁਹਾਡੀ ਐਜੂਕੇਸ਼ਨ ਜੋ ਕੁਆਲੀਫਿਕੇਸ਼ਨ ਕੀ ਸੀਗੀ, ਔਰ ਐਟ ਪ੍ਰੈਜ਼ੈਂਟ ਮਤਲਬ ਕਿ ਹੁਣ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ। ਪਹਿਲਾਂ ਉੱਪਰ ਵਿੱਚ ਉਹ ਕੁਆਲੀਫਿਕੇਸ਼ਨ ਕਰਨੀ ਹੈ ਜੋ ਪਹਿਲਾਂ ਤੁਹਾਡੀ ਸੀਗੀ ਜਦੋਂ ਤੁਸੀਂ ਉਸ ਪੋਸਟ 'ਤੇ ਜੁਆਇਨ ਕਰਿਆ ਸੀਗਾ, ਔਰ ਐਟ ਪ੍ਰੈਜ਼ੈਂਟ ਮਤਲਬ ਕਿ ਹੁਣ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ ਉਹ ਹੁਣ ਭਰਨੀ ਹੈ। ਲੈਂਥ ਆਫ ਦਾ ਸਰਵਿਸ ਇਨ ਦਾ ਡਿਪਾਰਟਮੈਂਟ, ਮਤਲਬ ਕਿ ਇਸ ਡਿਪਾਰਟਮੈਂਟ ਵਿੱਚ ਤੁਹਾਨੂੰ ਸੇਵਾ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ। ਐਨੀ ਬ੍ਰੇਕ ਇਨ ਸਰਵਿਸ, ਮਤਲਬ ਅਗਰ ਤੁਸੀਂ ਕੋਈ ਵੀ ਸਰਵਿਸ ਕਰਨ ਦੇ ਦੌਰਾਨ ਬ੍ਰੇਕ ਲਈ ਹੈ ਤਾਂ ਉਸ ਦੀ ਪੂਰੀ ਡਿਟੇਲ ਤੁਹਾਨੂੰ ਇੱਥੇ ਦੇਣੀ ਪਏਗੀ। ਪੋਸਟ ਅਗੇਨਸ ਵਿੱਚ ਅੰਗੇਜਡ ਬਾਈ ਡਿਪਾਰਟਮੈਂਟ, ਮਤਲਬ ਤੁਸੀਂ ਕਿਸ ਪੋਸਟ ਦੇ ਕੰਮ ਕਰ ਰਹੇ ਹੋ। ਮੋਡ ਆਫ ਅੰਗੇਜਮੈਂਟ ਬਾਈ ਓਪਨ ਕੰਪੀਟੀਟਿਵ ਐਗਜ਼ਾਮ, ਮਤਲਬ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਐਗਜ਼ਾਮ ਦੇ ਕੇ ਇਸ ਪੋਸਟ 'ਤੇ ਆਏ ਹੋ, ਜਾਂ ਫਿਰ ਇਫ ਕਾਪੀ ਆਫ ਰਿਜ਼ਲਟ, ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਰਿਜ਼ਲਟ ਦੀ ਕਾਪੀ ਹੈ। ਇਫ ਹੈਵ ਅਟੈਚ ਬਾਏ ਇੰਟਰਵਿਊ, ਮਤਲਬ ਜਾਂ ਤੁਸੀਂ ਇੰਟਰਵਿਊ ਰਾਹੀਂ ਆਏ ਹੋ। ਐਨੀ ਅਦਰ ਮੀਨਸ, ਮਤਲਬ ਕਿਸੇ ਹੋਰ ਤਰੀਕੇ ਨਾਲ ਤੁਸੀਂ ਇਸ ਪੋਸਟ 'ਤੇ ਆਏ ਹੋ। ਐਨੀ FIR ਡਿਪਾਰਟਮੈਂਟ ਇਨਕੁਆਇਰੀ ਕਨਵਿਕਸ਼ਨ ਟਰਾਇਲ ਕੋਰਟ, ਮਤਲਬ ਅਗਰ ਤੁਹਾਡੇ ਖਿਲਾਫ ਕੋਈ ਵੀ FIR ਦਰਜ ਹੈ, ਕੋਈ ਕੋਰਟ ਕੇਸ ਚੱਲ ਰਿਹਾ ਹੈ ਤਾਂ ਉਸ ਦੀ ਤੁਹਾਨੂੰ ਪੂਰੀ ਡਿਟੇਲ ਇਸ ਵਿੱਚ ਦੇਣੀ ਪਏਗੀ। ਨੀਚੇ ਹੈ ਸਿਗਨੇਚਰ ਆਫ ਐਪਲੀਕੈਂਟ, ਤੁਸੀਂ ਆਪਣੇ ਸਾਈਨ ਕਰਨੇ ਹਨ, ਡੇਟ ਹੈ ਔਰ ਪਲੇਸ ਹੈ। ਔਰ B ਕਾਲਮ ਵਿੱਚ ਦਰਸਾਇਆ ਗਿਆ ਹੈ ਕਿ
ऑफिशियल डिटेल की है। इस विच ऑफिशियल डिटेल जो डिपार्टमेंट वालों फिल की, जिदा कि नेम ऑफ द डिपार्टमेंट, मतलब कि डिपार्टमेंट है, IHRM कोड जो एप्लीकेंट को मिलया है वो फिल करना है। मोड ऑफ एंगेजमेंट मतलब कि बाय ओपन कंपीटिटिव एग्जाम इफ FG अटैच कॉपी ऑफ रिजल्ट, अगर तुम कंपीटिटिव एग्जाम राही इस पोस्ट पर आए हो तो तुहानू उसकी जो रिजल्ट दी है कॉपी अटैच करनी पएगी। बाय इंटरव्यू, अगर तुम इंटरव्यू राही आए हो या किसी होर तरीके नाल आए हो। लैंथ ऑफ द सर्विस इन डिपार्टमेंट, मतलब कि तुहानू डिपार्टमेंट में काम करदे नू कितना समा हो गया, इत्थे वो सारी डिटेल तुहानू देनी पएगी। एनी ब्रेक इन सर्विस, तुसी किसी भी तरह की कोई सर्विस विच ब्रेक लई है तो वो देनी पएगी। टाइप ऑफ एंगेजमेंट इन डिपार्टमेंट, मतलब जिस भी डिपार्टमेंट के अंडर तुसी काम कर रहे हो। एंगेजमेंट अगेंस्ट सैनिटेटेड और नाट, एंगेजमेंट अगेंस्ट ग्रुप C और D, मतलब जिस भी ग्रुप दे विच तुहाडा जो अहुदा आउंदा है, चाहे वो ग्रुप C है चाहे वो D है। एजुकेशन क्वालिफिकेशन ऑन द डेट ऑफ एंगेजमेंट वैदर एज पर द क्वालिफिकेशन फॉर द पोस्ट मेंटेड इन सर्विस रूल और नोट, इत्थे तुसी अपनी क्वालिफिकेशन देनी है जिस भी समय तो तुसी इस जॉब ते आए हो, इस अहुदे ते आए हो, या जो भी इत्थे सर्विस रूल हैं। एनी FIR डिपार्टमेंट इंक्वायरी कन्विक्शन ट्रेल इन कोर्ट, सो किसी भी तरह की तुहाडे तो अगर कोई FIR दर्ज है, कोई कोर्ट केस चल रहा है या कोई डिपार्टमेंटल इंक्वायरी चल रही है तो उसकी पूरी डिटेल इस देनी है और नीचे साइन करने हैं। सो आई होप कच्चे मुलाजमान की अपन शर्तों को लैके जो भी उन्होंने पक्का करने लई पंजाब सरकार वालों शर्तां लागू करियां गई सन, उस संबंधी आप सब नूं पूरी डिटेल विच अपडेट कर दिता गया है। सो कैंਡੀਡੇਟ के सारे ही डाउट इस वीडियो राही क्लीयर हो गए होंगे। सो अगर तुहानूं ये वीडियो वधिया लगी तो जरूर चैनल नूं सबसक्राइब करना, वीडियो नूं वध तो वध शेयर करना, इस चैनल नाल जुड़े रहना, समय समय ते तुहाडे लई सारी अपडेट लैके आउंदे रहांगे। सो मिलते हैं एक होर वीडियो विच। इस वीडियो नूं देखण लई आप सब दा बहुत बहुत धन्नवाद।